ਸਤਿ ਸ਼੍ਰੀ ਅਕਾਲ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਬੰਗਲਾਦੇਸ਼ ਦੇ ਗਾਜ਼ੀਪੁਰ ਦੇ ਵਿੱਚ ਕੱਪੜਾ ਫੈਕਟਰੀ ਦੇ ਹਜ਼ਾਰਾਂ ਮੁਲਾਜ਼ਮ ਕਰ ਰਹੇ ਨੇ ਪ੍ਰਦਰਸ਼ਨ। ਤਨਖਾਹਾਂ ਦੇ ਵਿੱਚ ਵਾਧੇ ਦੀ ਕੀਤੀ ਜਾ ਰਹੀ ਹੈ ਮੰਗ। ਇਜ਼ਰਾਈਲ ਦੀਆਂ ਅਣਮਨੁੱਖੀ ਕਾਰਵਾਈਆਂ ਲਗਾਤਾਰ ਜਾਰੀ। ਜੇਨਿਨ ਸ਼ਰਨਾਰਥੀ ਕੈਂਪ ਉੱਤੇ ਕੀਤਾ ਹਮਲਾ, 14 ਲੋਕਾਂ ਦੀ ਹੋਈ ਮੌਤ। ਇਮਰਾਨ ਖਾਨ ਦੇ ਖਿਲਾਫ ਸਾਈਫਰ ਮਾਮਲੇ ਦੀ ਕਾਰਵਾਈ ਬਿਨਾਂ ਕਿਸੇ ਸੁਣਵਾਈ ਦੇ 14 ਨਵੰਬਰ ਤੱਕ ਮੁਲਤਵੀ। ਸੀਕ੍ਰੇਟ ਐਕਟ ਤਹਿਤ ਚਲਾਇਆ ਜਾ ਰਿਹਾ ਹੈ ਮੁਕੱਦਮਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਇਜ਼ਰਾਈਲ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਆਏ ਦਿਨ ਘਾਤਕ ਹਮਲਿਆਂ ਦੇ ਨਾਲ ਫਿਲਸਤੀਨ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਕਹਿਰ ਢਾਇਆ ਜਾ ਰਿਹਾ ਹੈ। ਅੱਜ ਵੀ ਗਾਜ਼ਾ ਵੈਸਟ ਬੈਂਕ ਦੇ ਜੇਨਿਨ ਸ਼ਰਨਾਰਥੀ ਕੈਂਪ ਉੱਤੇ ਇਜ਼ਰਾਈਲੀ ਫੌਜੀ ਹਮਲੇ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਨੇ। ਫਿਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਫਿਲਸਤੀਨੀਆਂ ਦੇ ਨਾਲ ਹਥਿਆਰਬੰਦ ਝੜਪ 12 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਇਸ ਘਟਨਾ ਕਾਰਨ ਗਾਜ਼ਾ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਇਜ਼ਰਾਈਲ ਡਿਫੈਂਸ ਫੋਰਸਿਸ ਨੇ ਕਿਹਾ ਹੈ ਕਿ ਉਸਨੇ ਹਮਾਸ ਲੜਾਕਿਆਂ ਦੇ ਬੁਨਿਆਦੀ ਢਾਂਚੇ ਨੂੰ ਵਿਗਾੜਨ ਅਤੇ ਇੱਕ ਵਿਅਕਤੀ ਦੇ ਘਰ ਨੂੰ ਢਾਉਣ ਦੇ ਲਈ ਇੱਕ ਕਾਰਵਾਈ ਕੀਤੀ ਸੀ, ਜਿਸ ਨੇ 31 ਅਗਸਤ ਦੇ ਹਮਲੇ ਵਿੱਚ ਕਥਿਤ ਤੌਰ ਉੱਤੇ ਇੱਕ ਆਫ ਡਿਊਟੀ ਇਜ਼ਰਾਈਲੀ ਫੌਜੀ ਨੂੰ ਮਾਰ ਦਿੱਤਾ ਸੀ। ਇੰਜੀਨੀਅਰਿੰਗ ਬਲਾਂ ਨੇ ਕਿਹਾ ਹੈ ਕਿ ਜੇਨਿਨ ਸ਼ਰਨਾਰਥੀ ਕੈਂਪ ਦੇ ਵਿੱਚ ਸਾਡੀਆਂ ਫੌਜਾਂ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਵਿਸਫੋਟਕ ਸਮੱਗਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ ਦੇ ਮੁਤਾਬਕ ਲਗਭਗ 23,628 ਫਲਸਤੀਨ ਸ਼ਰਨਾਰਥੀ ਜੇਨਿਨ ਸ਼ਰਨਾਰਥੀ ਕੈਂਪ ਦੇ ਵਿੱਚ ਰਜਿਸਟਰਡ ਹਨ, ਜੋ ਕਿ ਜੇਨਿਨ ਨਗਰਪਾਲਿਕਾ ਦੇ ਨਾਲ ਲੱਗਦੀ ਹੈ ਅਤੇ ਪੱਛਮੀ ਬੈਂਕ ਦੇ ਵਿੱਚ ਸਭ ਤੋਂ ਉੱਤਰੀ ਕੈਂਪ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਅਤੇ ਉਦਯੋਗਿਕ ਜ਼ਿਲ੍ਹੇ ਗਾਜ਼ੀਪੁਰ ਦੀਆਂ ਸੜਕਾਂ ਉੱਤੇ ਹਜ਼ਾਰਾਂ ਕੱਪੜਾ ਫੈਕਟਰੀ ਕਰਮਚਾਰੀਆਂ ਨੇ ਤਨਖਾਹਾਂ ਦੇ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਬੰਗਲਾਦੇਸ਼ ਗਾਰਮੈਂਟ ਮੈਨੂਫੈਕਚਰਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੁਤਾਬਕ ਦੇਸ਼ ਦੇ ਵਿੱਚ ਲਗਭਗ 3500 ਗਾਰਮੈਂਟ ਫੈਕਟਰੀਆਂ ਹਨ ਅਤੇ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਪੜਾ ਉਤਪਾਦਕ ਹੈ। ਦੇਸ਼ ਦੇ ਵਿੱਚ ਇਸ ਉਦਯੋਗ ਦੇ ਨਾਲ ਲਗਭਗ 40 ਲੱਖ ਕਾਮੇ ਜੁੜੇ ਹੋਏ ਨੇ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਨੇ। ਲੇਬਰ ਯੂਨੀਅਨਾਂ ਦੇ ਅਨੁਸਾਰ ਕੱਪੜਾ ਮਜ਼ਦੂਰਾਂ ਨੂੰ ਮਹੀਨੇ ਦੇ ਵਿੱਚ ਘੱਟੋ ਘੱਟ ਉਜਰਤ ਵਜੋਂ 8300 ਰੁਪਏ ਜਾਂ ਫਿਰ ਕਹਿ ਲਈਏ ਕਿ $75 ਮਿਲਦੇ ਨੇ। ਉਹਨਾਂ ਨੂੰ ਅਕਸਰ ਕੰਮ ਪੂਰਾ ਕਰਨ ਦੇ ਲਈ ਓਵਰਟਾਈਮ ਕਰਨਾ ਪੈਂਦਾ ਹੈ। ਮਜ਼ਦੂਰਾਂ ਨੇ $208 ਮਹੀਨਾ ਘੱਟੋ ਘੱਟ ਉਜਰਤ ਦੀ ਮੰਗ ਕੀਤੀ ਸੀ, ਜਿਸ ਨੂੰ BGMIA ਨੇ 25% ਵਧਾ ਕੇ $90 ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਵੀਕਐਂਡ ਉੱਤੇ ਵਰਕਰਾਂ ਦਾ ਪ੍ਰਦਰਸ਼ਨ ਸ਼ੁਰੂ ਹੋਇਆ। ਗਾਜ਼ੀਪੁਰ ਜ਼ਿਲ੍ਹੇ ਦੇ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਉੱਤੇ ਆ ਗਏ। ਕੁਝ ਪ੍ਰਦਰਸ਼ਨਕਾਰੀਆਂ ਨੂੰ ਵਾਹਨਾਂ ਦੀ ਭੰਨਤੋੜ ਕਰਦਿਆਂ ਵੇਖਿਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਗਾਜ਼ੀਪੁਰ ਦੇ ਵਿੱਚ ਪੁਲਿਸ ਦੇ ਨਾਲ ਝੜਪਾਂ ਦੇ ਵਿੱਚ 2 ਮਜ਼ਦੂਰਾਂ ਦੀ ਮੌਤ ਹੋਈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਕਈ ਫੈਕਟਰੀਆਂ ਨੂੰ ਅੱਗ ਲਾ ਦਿੱਤੀ ਅਤੇ ਭੰਨਤੋੜ ਕੀਤੀ। BGMEA ਨੇ ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਦੇ ਵਿੱਚ ਸ਼ਾਮਲ ਨਾ ਹੋਣ ਅਤੇ ਫੈਕਟਰੀਆਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਹੈ। ਰਫਾਹ ਕ੍ਰਾਸਿੰਗ ਅਫਰੀਕੀ ਦੇਸ਼ ਅਤੇ ਹਮਾਸ ਨਿਯੰਤਰਿਤ ਐਨਕਲੇਵ ਦੇ ਵਿਚਕਾਰ ਇੱਕੋ ਇੱਕ ਸੰਪਰਕ ਬਿੰਦੂ ਹੈ। ਗਾਜ਼ਾ ਦੇ ਵਿੱਚ ਮਨੁੱਖਤਾਵਾਦੀ ਸਹਾਇਤਾ ਪਹੁੰਚਾਉਣ ਦਾ ਵੀ ਇੱਕੋ ਇੱਕ ਰਾਹ ਮਿਸਰ ਦਾ ਰਫਾਹ ਬਾਰਡਰ ਹੈ। ਮਿਸਰ ਨੇ ਗਾਜ਼ਾ ਤੋਂ ਜ਼ਖਮੀ ਫਲਸਤੀਨੀਆਂ ਨੂੰ ਤਬਦੀਲ ਕਰਨ ਦੇ ਲਈ 40 ਐਂਬੂਲੈਂਸ ਭੇਜੀਆਂ ਸਨ। ਜਿਵੇਂ ਕਿ ਗਾਜ਼ਾ ਦੇ ਯੁੱਧ-ਗ੍ਰਸਤ ਖੇਤਰ ਉੱਤੇ ਸੂਰਜ ਚੜ੍ਹਦਾ ਹੈ, ਐਂਬੂਲੈਂਸਾਂ ਦਾ ਇੱਕ ਕਾਫਲਾ ਰਫਾਹ ਬਾਰਡਰ ਕ੍ਰਾਸਿੰਗ ਦੇ ਸਾਹਮਣੇ ਖੜਾ ਹੁੰਦਾ ਹੈ। ਇਸ ਬਾਰਡਰ ਰਾਹੀਂ ਗਾਜ਼ਾ ਦੇ ਵਿੱਚ ਲਗਾਤਾਰ ਮਨੁੱਖਤਾਵਾਦੀ ਸਹਾਇਤਾ ਵੀ ਪਹੁੰਚਾਈ ਜਾ ਰਹੀ ਹੈ। ਦੱਸ ਦਈਏ ਕਿ ਇਸ ਸਮੇਂ ਹਾਲਾਤ ਗਾਜ਼ਾ ਦੇ ਵਿੱਚ ਕਾਫੀ ਖਰਾਬ ਨੇ ਅਤੇ ਉੱਥੇ ਲੋਕਾਂ ਦਾ ਆਏ ਦਿਨ ਕਤਲੇਆਮ ਹੋ ਰਿਹਾ ਹੈ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ, ਉਸ ਤਰੀਕੇ ਦੇ ਨਾਲ ਮਦਦ ਅਜੇ ਤੱਕ ਮੁਹੱਈਆ ਨਹੀਂ ਕਰਵਾਈ ਜਾ ਸਕੀ।
Today we have sent 4 flights, and the total weight of today flights are 180 tons. That's why Qatar have passed more than 300 tons provided from Qatar. The aids included for today, we have some tents, we have some food items, we have other medical items, which is the most of this shipment. To be honest, these aids were in our stores in the air transportation from the first day that we have provided the stuff. But because of the blockade of Rafah customs, we couldn't provide it because we don't want to be in stores and the people need it inside. ਪਾਕਿਸਤਾਨ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਸਾਈਫਰ ਮਾਮਲੇ ਦੀ ਕਾਰਵਾਈ ਬਿਨਾਂ ਕਿਸੇ ਸੁਣਵਾਈ ਦੇ 14 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਅਬੁਲ ਹਸਨਤ ਦੀ ਅਗਵਾਈ ਵਾਲੀ ਵਿਸ਼ੇਸ਼ ਅਦਾਲਤ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੀ। ਇਮਰਾਨ ਖਾਨ 26 ਸਤੰਬਰ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਦੇ ਵਿੱਚ ਬੰਦ ਹੈ। ਉਸ ਨੂੰ ਜ਼ਿਲ੍ਹਾ ਜੇਲ੍ਹ ਅਟਕ ਤੋਂ ਇੱਥੇ ਤਬਦੀਲ ਕਰ ਦਿੱਤਾ ਗਿਆ ਸੀ। ਖਾਨ ਦੀ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਨੇ ਕਿਹਾ ਹੈ ਕਿ ਅਦਿਆਲਾ ਜੇਲ੍ਹ ਦੇ ਵਿੱਚ ਸਾਈਫਰ ਕੇਸ ਦੀ ਸੁਣਵਾਈ 14 ਨਵੰਬਰ ਤੱਕ ਬਿਨਾਂ ਕਿਸੇ ਕਾਰਵਾਈ ਦੇ ਮੁਲਤਵੀ ਕਰ ਦਿੱਤੀ ਗਈ ਹੈ। ਖਾਨ ਦੇ ਖਿਲਾਫ ਸਰਕਾਰੀ ਸੀਕ੍ਰੇਟ ਐਕਟ ਦੇ ਤਹਿਤ ਮੁਕੱਦਮਾ ਚਲਾਇਆ ਜਾ ਰਿਹਾ ਹੈ ਅਤੇ ਅਦਾਲਤ ਨੇ ਸੁਣਵਾਈ ਦੇ ਆਖਰੀ ਦਿਨ 7 ਨਵੰਬਰ ਨੂੰ ਗਵਾਹਾਂ ਦੇ ਬਿਆਨ ਦਰਜ ਕੀਤੇ। ਇਹ ਸਪਸ਼ਟ ਨਹੀਂ ਹੈ ਕਿ 10 ਵਿੱਚੋਂ ਕਿੰਨੇ ਗਵਾਹਾਂ ਨੇ ਆਪਣਾ ਬਿਆਨ ਦਰਜ ਕਰਵਾਇਆ। ਸਾਬਕਾ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਕਰੀਬੀ ਸਹਿਯੋਗੀ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ 23 ਅਕਤੂਬਰ ਨੂੰ ਕੂਟਨੀਤਿਕ ਕੇਬਲ ਲੀਕ ਕਰਨ ਅਤੇ ਦੇਸ਼ ਦੇ ਨਿੱਜਤਾ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਦੇਸ਼ ਦੇ ਵਾਸ਼ਿੰਗਟਨ ਦੂਤਾਵਾਸ ਵੱਲੋਂ ਭੇਜੇ ਗਏ ਦਸਤਾਵੇਜ਼ ਦੇ ਸੰਬੰਧ ਵਿੱਚ ਮਾਰਚ 2022 ਦੇ ਵਿੱਚ ਸਹਿ ਦੋਸ਼ੀ ਖਾਨ ਅਤੇ ਕੁਰੈਸ਼ੀ ਵਿਰੁੱਧ ਕੇਸ ਦਰਜ ਕੀਤਾ ਸੀ। ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਨੇ ਅਗਸਤ 2018 ਤੋਂ ਅਪ੍ਰੈਲ 2022 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਹੈ। ਅਮਰੀਕਾ ਵੱਲੋਂ ਰਚੀ ਗਈ ਵਿਦੇਸ਼ੀ ਸਾਜ਼ਿਸ਼ ਕਾਰਨ ਉਹਨਾਂ ਦੀ ਸਰਕਾਰ ਨੂੰ ਹਟਾ ਦਿੱਤਾ ਗਿਆ ਸੀ। ਹਾਲਾਂਕਿ ਵਾਸ਼ਿੰਗਟਨ ਦੇ ਵੱਲੋਂ ਇਸ ਦੋਸ਼ ਦਾ ਖੰਡਨ ਕੀਤਾ ਗਿਆ ਸੀ। ਖਾਨ ਨੂੰ 5 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ FIA ਨੇ 30 ਸਤੰਬਰ ਨੂੰ ਅਧਿਕਾਰਤ ਸੀਕ੍ਰੇਟਸ ਐਕਟ 1923 ਦੇ ਤਹਿਤ ਦੋਵਾਂ ਵਿਰੁੱਧ ਚਾਰਜ ਸ਼ੀਟ ਦਾਖਲ ਕੀਤੀ ਸੀ। ਉਸ ਸਮੇਂ ਕੁਰੈਸ਼ੀ ਉੱਤੇ ਵਿਦੇਸ਼ ਮੰਤਰੀ ਦੇ ਤੌਰ ਉੱਤੇ ਖਾਨ ਨੂੰ ਸਹੂਲਤ ਦੇਣ ਦਾ ਦੋਸ਼ ਸੀ। ਪਾਕਿਸਤਾਨ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਲਾਹੌਰ ਜ਼ਹਿਰੀਲੀ ਹਵਾ ਦੇ ਕਾਰਨ ਖਤਰੇ ਵਿੱਚ ਹੈ। ਵਾਤਾਵਰਣ ਦੀ ਰਿਪੋਰਟ ਦੇ ਮੁਤਾਬਕ ਸ਼ਹਿਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦੇ 400 ਤੋਂ ਵੱਧ ਹੋਣ ਤੋਂ ਬਾਅਦ ਸਕੂਲ, ਜਨਤਕ ਪਾਰਕ, ਮਾਲ ਅਤੇ ਦਫ਼ਤਰ ਬੰਦ ਕਰ ਦਿੱਤੇ ਗਏ ਨੇ। ਇਸ ਸੰਖਿਆ ਨੂੰ ਸਵਿਸ 에ਅਰ ਟਰੈਕਿੰਗ ਕੰਪਨੀ IQ 에ਅਰ ਦੇ ਵੱਲੋਂ ਖਤਰਨਾਕ ਮੰਨਿਆ ਗਿਆ ਹੈ। ਪੰਜਾਬ ਸੂਬੇ ਦੇ ਮੁੱਖ ਮੰਤਰੀ ਮੁਹਸਿਨ ਨਕਵੀ ਨੇ ਕਿਹਾ ਹੈ ਕਿ ਸਥਿਤੀ ਸੁਧਰਨ ਤੱਕ 3 ਸ਼ਹਿਰਾਂ ਗੁਜਰਾਂਵਾਲਾ, ਹਾਫਿਜ਼ਾਬਾਦ ਅਤੇ ਲਾਹੌਰ ਦੇ ਵਿੱਚ ਵਾਤਾਵਰਣ ਅਤੇ ਸਿਹਤ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਨਕਵੀ ਦੇ ਦਫ਼ਤਰ ਤੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਜਨਤਕ ਅਤੇ ਨਿੱਜੀ ਆਵਾਜਾਈ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਦੀ ਸੀਮਤ ਆਬਾਦੀ ਹੋਵੇਗੀ। ਨਕਵੀ ਦੀ ਸਰਕਾਰ ਨੇ 4 ਤੋਂ ਵੱਧ ਲੋਕਾਂ ਦੇ ਇੱਕ ਥਾਂ ਇਕੱਠੇ ਹੋਣ ਉੱਤੇ ਵੀ ਪਾਬੰਦੀ ਲਾਈ ਹੈ। ਰਵਾਇਤੀ ਤੌਰ ਉੱਤੇ ਸਰਦੀਆਂ ਦੀ ਵਾਢੀ ਤੋਂ ਬਾਅਦ ਸਾਲ ਦੇ ਅੰਤ ਤੱਕ ਲੱਖਾਂ ਕਿਸਾਨ ਆਉਣ ਵਾਲੀ ਕਣਕ ਦੀ ਫਸਲ ਦੀ ਤਿਆਰੀ ਲਈ ਖੇਤਾਂ ਨੂੰ ਅੱਗ ਲਗਾ ਕੇ ਆਪਣੇ ਬਚੇ ਹੋਏ ਝੋਨੇ ਦੀ ਪਰਾਲੀ ਨੂੰ ਸਾਫ਼ ਕਰਦੇ ਨੇ। ਇਸ ਨਾਲ ਵਾਹਨਾਂ ਅਤੇ ਉਦਯੋਗਿਕ ਪ੍ਰਦੂਸ਼ਣ ਦੇ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਧੂੰਆਂ ਪੈਦਾ ਹੋ ਜਾਂਦਾ ਹੈ। ਲਾਹੌਰ ਦੇ ਵਿੱਚ ਹਵਾ ਦੇ ਵਿੱਚ PM 2.5 ਜਾਂ ਛੋਟੇ ਕਣਾਂ ਦੀ ਗਾੜਾਪਣ 450 ਤੱਕ ਪਹੁੰਚ ਗਿਆ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਸਿਫਾਰਿਸ਼ ਕੀਤੀ ਗਈ ਵੱਧ ਤੋਂ ਵੱਧ ਔਸਤ ਰੋਜ਼ਾਨਾ ਐਕਸਪੋਜ਼ਰ ਤੋਂ 30 ਗੁਣਾ ਵੱਧ ਹੈ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਕਈ ਹਾਈ ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਅਪਾਹਜ ਯਾਤਰੀਆਂ ਨਾਲ ਹੋਏ ਮਾੜੇ ਵਿਵਹਾਰ ਦੇ ਲਈ ਅਸੀਂ ਮੁਆਫੀ ਮੰਗ ਰਹੇ ਹਾਂ। ਇਸ ਦੇ ਨਾਲ ਹੀ ਅਪਾਹਜ ਯਾਤਰੀਆਂ ਲਈ ਕਈ ਸਹੂਲਤਾਂ ਸ਼ੁਰੂ ਕਰਨ ਅਤੇ ਸਹੂਲਤਾਂ ਵਿੱਚ ਬਦਲਾਅ ਲਿਆਉਣ ਦਾ ਵੀ ਭਰੋਸਾ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਏਅਰ ਕੈਨੇਡਾ ਵਿੱਚ ਵਾਪਰੀ ਦੁਖਦਾਈ ਘਟਨਾ ਵਿੱਚ ਇੱਕ ਅਪਾਹਜ ਯਾਤਰੀ ਨੂੰ ਆਪਣੇ ਆਪ ਨੂੰ ਖਿੱਚ ਕੇ ਯਾਨੀ ਕਿ ਬੜੀ ਬੁਰੀ ਹਾਲਤ ਦੇ ਵਿੱਚ ਉਸ ਨੂੰ ਜਹਾਜ਼ ਤੋਂ ਬਾਹਰ ਆਉਣਾ ਪਿਆ।
ਏਅਰ ਕੈਨੇਡਾ ਨੇ ਇਸ ਗੰਭੀਰ ਸਮੱਸਿਆ ਤਹਿਤ ਓਟਵਾ ਦੇ ਵਿੱਚ ਸੰਘੀ ਮੰਤਰੀਆਂ ਨਾਲ ਇਸ ਮੁੱਦੇ ਨੂੰ ਲੈ ਕੇ ਇੱਕ ਮੀਟਿੰਗ ਕੀਤੀ। ਏਅਰਲਾਈਨ ਨੇ ਕਿਹਾ ਹੈ ਕਿ ਉਹ ਬੋਰਡਿੰਗ ਪ੍ਰਕਿਰਿਆ ਨੂੰ ਅਪਡੇਟ ਕਰਨ ਅਤੇ ਵੀਲ ਚੇਅਰਾਂ ਵਰਗੀਆਂ ਗਤੀਸ਼ੀਲਤਾ ਸਹਾਇਤਾ ਨੂੰ ਸਟੋਰ ਕਰਨ ਦੇ ਤਰੀਕੇ ਨੂੰ ਬਦਲਣ ਦੀ ਯੋਜਨਾ ਨੂੰ ਫਾਸਟ ਟਰੈਕ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸਮਰਥ ਯਾਤਰੀ ਸੁਰੱਖਿਅਤ ਢੰਗ ਨਾਲ ਜਹਾਜ਼ ਉੱਤੇ ਚੜ੍ਹ ਅਤੇ ਉਤਰ ਸਕਣ। ਇਸ ਦੇ ਨਾਲ ਹੀ ਆਪਣੇ ਹਜ਼ਾਰਾਂ ਕਰਮਚਾਰੀਆਂ ਨੂੰ ਇਸ ਦੀਆਂ ਸਿਖਲਾਈ ਪ੍ਰਕਿਰਿਆਵਾਂ ਨੂੰ ਵੀ ਅਪਡੇਟ ਕਰਨਗੇ। CEO ਮਾਈਕਲ ਰੂਸੋ ਨੇ ਇੱਕ ਬਿਆਨ ਦੇ ਵਿੱਚ ਲਿਖਿਆ ਹੈ ਕਿ ਏਅਰ ਕੈਨੇਡਾ ਅਪਾਹਜ ਯਾਤਰੀਆਂ ਨੂੰ ਉਡਾਣ ਭਰਨ ਵੇਲੇ ਆਉਂਦੀਆਂ ਚੁਣੌਤੀਆਂ ਨੂੰ ਪਹਿਚਾਣਦਾ ਹੈ ਅਤੇ ਸੁਵਿਧਾਜਨਕ ਅਤੇ ਨਿਰੰਤਰ ਸੇਵਾ ਪ੍ਰਦਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਾ ਹੈ। ਕਈ ਵਾਰ ਅਸੀਂ ਇਸ ਵਚਨਬੱਧਤਾ ਨੂੰ ਪੂਰਾ ਨਹੀਂ ਕਰਦੇ, ਜਿਸ ਲਈ ਅਸੀਂ ਦਿਲੋਂ ਮੁਆਫੀ ਮੰਗਦੇ ਹਾਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਵੇਂ ਅਪਾਹਜ ਯਾਤਰੀ ਸਾਨੂੰ ਦੱਸਣਗੇ ਤਾਂ ਅਸੀਂ ਉਹਨਾਂ ਦੀ ਸਹੂਲਤ ਮੁਤਾਬਕ ਲਗਾਤਾਰ ਸੁਧਾਰ ਕਰਦੇ ਰਹਾਂਗੇ। Absolutely. I mean, let me just reiterate what my colleague said. It's absolutely unacceptable how persons with disabilities have been treated, particularly in the recent incidences that we've seen. We made that very clear to their CEO and the other vice presidents that were there. Not only do airlines, need to be held accountable, they need to a lot better, and they put forward a comprehensive plan on the short term and in the long term to ensure that there's clear deliverables for persons with disabilities. And as my colleague said, we're going to have another meeting in December to ensure that we continue to hold them accountable. It's a big airline. It's not the government airline. It's an important airline. Now we had that conversation with them, and we want to have a conversation with other companies to make sure that people are respected with dignity and respect. ਕਤਰ ਦੇ ਵਿੱਚ ਭਾਰਤ ਦੇ 8 ਨੇਵੀ ਫੌਜੀਆਂ ਦੀ ਮੌਤ ਦੀ ਸਜ਼ਾ ਬਾਰੇ ਗੱਲਬਾਤ ਕਰਦੇ ਹੋਏ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਹੈ ਕਿ ਕਤਰ ਦੀ ਅਦਾਲਤ ਨੇ ਉਹਨਾਂ ਦੀ ਸਜ਼ਾ ਸੰਬੰਧੀ ਫੈਸਲਾ ਗੁਪਤ ਰੱਖਿਆ ਹੈ, ਜਿਸ ਨੂੰ ਕਿ ਸਿਰਫ ਕਾਨੂੰਨੀ ਟੀਮ ਨਾਲ ਸਾਂਝਾ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹਨਾਂ ਦੀ ਸਜ਼ਾ ਲਈ ਇੱਕ ਅਪੀਲ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ। ਅਸੀਂ ਇਸ ਮਾਮਲੇ ਦੇ ਵਿੱਚ ਕਤਰ ਦੇ ਅਧਿਕਾਰੀਆਂ ਨਾਲ ਵੀ ਜੁੜੇ ਰਹਾਂਗੇ। The Court of First Instance of Qatar passed a judgment on October 26 in the case involving 8 Indian employees of Al Dara Company. The judgment is confidential and has only been shared with the legal team. They are now pursuing further legal steps, and I think an appeal has already been filed. We will also remain engaged with the Qatari authorities in this matter. On November 7, our embassy in Doha received another consular access to the detainees. We are in touch with their family members too. And as you recall, External Affairs Minister met the family members earlier this month in New Delhi. We will continue to extend all legal and consular support. And I would urge everyone not to engage in speculation considering the sensitive nature of the case. ਦਿੱਲੀ NCR ਦੇ ਵਿੱਚ ਸਵੇਰ ਤੋਂ ਪੈ ਰਹੇ ਮੀਂਹ ਨੇ ਨਾ ਸਿਰਫ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ, ਸਗੋਂ ਸਾਹ ਘੁੱਟਣ ਵਾਲੀ ਹਵਾ ਦੇ ਵਿੱਚ ਵੀ ਸੁਧਾਰ ਕੀਤਾ ਹੈ। ਤੜਕੇ ਮੀਂਹ ਦੇ ਬਾਵਜੂਦ ਸਵੇਰੇ 9 ਵਜੇ ਤੋਂ ਹੀ ਕਈ ਥਾਵਾਂ ਉੱਤੇ ਮੀਂਹ ਪੈ ਰਿਹਾ ਹੈ। ਇਸ ਮੀਂਹ ਨੇ ਆਮ ਲੋਕਾਂ ਨੂੰ ਹੀ ਨਹੀਂ ਸਗੋਂ ਪ੍ਰਸ਼ਾਸਨ ਨੂੰ ਵੀ ਥੋੜੀ ਰਾਹਤ ਦਿੱਤੀ ਹੈ, ਜੋ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਨਕਲੀ ਮੀਂਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਦਿੱਲੀ NCR ਦੇ ਵਿੱਚ ਅੱਜ ਸਵੇਰ ਤੋਂ ਰੁਕ ਕੇ ਹੋ ਰਹੇ ਮੀਂਹ ਨੇ ਮੌਸਮ ਸੁਹਾਵਣਾ ਬਣਾ ਦਿੱਤਾ। ਮੀਂਹ ਦੇ ਆਉਣ ਨਾਲ ਪ੍ਰਦੂਸ਼ਣ ਤੋਂ ਪੀੜਤ ਲੋਕਾਂ ਨੂੰ ਨਿਸ਼ਚਿਤ ਤੌਰ ਉਤੇ ਕੁਝ ਰਾਹਤ ਮਿਲੀ ਹੈ, ਜਿੱਥੇ ਬਾਰਿਸ਼ ਤੋਂ ਯਾਨੀ ਕਿ ਮੀਂਹ ਤੋਂ ਪਹਿਲਾਂ ਦਿੱਲੀ NCR ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਗਿਆ ਸੀ। ਹੁਣ ਹਵਾ ਕਾਫੀ ਸਾਫ਼ ਹੋਈ ਹੈ। ਹਾਲਾਂਕਿ ਹਵਾ ਗੁਣਵੱਤਾ ਸੂਚਕਾਂਕ ਅਜੇ ਵੀ ਬਹੁਤ ਮਾੜੀ ਸਥਿਤੀ ਵਿੱਚ ਬਣਿਆ ਹੋਇਆ ਹੈ। ਔਡ ਈਵਨ ਜੋ ਕਿ 13 ਤੋਂ 20 ਨਵੰਬਰ ਤੱਕ ਹੋਣਾ ਸੀ, ਉਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਔਡ ਈਵਨ ਲਾਗੂ ਕਰਨਾ ਹੈ ਜਾਂ ਨਹੀਂ, ਇਹ ਹੁਣ ਸਥਿਤੀ ਦਾ ਅਧਿਐਨ ਕਰਨ ਤੋਂ ਬਾਅਦ ही प्रशासन वेखेगा। कल रात से दिल्ली के अंदर जिस तरह से मौसम में बदलाव हुआ है, बारिश ने दिल्ली के अंदर जो पिछले 8-10 दिनों से हवा की गति जो एक ठहराव में थी, टेम्परेचर डाउन जा रहा था, प्रदूषण के स्तर में लगातार बढ़ोतरी हो रही थी। दिल्ली में प्रदूषण की स्थिति सीवियर प्लस कैटेगरी तक पहुंच गई थी।
रात से मौसम में जो परिवर्तन हुआ है बारिश के कारण, हवा की गति बढ़ने के कारण लगातार प्रदूषण के स्तर में सुधार देखा जा रहा है। अभी इस समय तक 450 से पार जो प्रदूषण का स्तर था वो लगभग 300 तक पहुंच गया है और इसमें और सुधार की स्थिति देखी जा रही है। इसको देखते हुए अभी सरकार ने निर्णय लिया है कि 13 तारीख से 20 तारीख तक का ऑड इवन दिल्ली में लागू करने का जो फैसला था उसे पोस्टपोन किया जा रहा है। दिवाली के बाद दिल्ली के प्रदूषण की स्थितियों की समीक्षा की जाएगी और अगर प्रदूषण के स्तर में अगर कोई गंभीर श्रेणी में अगर बढ़ोतरी देखी जाती है तो आगे का निर्णय फिर उसकी समीक्षा के बाद सरकार लेगी। आज अभी सुप्रीम कोर्ट में प्रदूषण को लेकर के सुनवाई हुई है। उसमें कई बिंदुओं पर सरकार ने अपने पक्ष कोर्ट के सामने रखे थे। ਯੂਕੇ ਸਰਕਾਰ ਨੇ ਭਾਰਤ ਨੂੰ ਸੁਰੱਖਿਅਤ ਦੇਸ਼ਾਂ ਦੀ ਵਿਸਤ੍ਰਿਤ ਸੂਚੀ ਵਿੱਚ ਸ਼ਾਮਲ ਕਰਨ ਦੀ ਯੋਜਨਾ ਪੇਸ਼ ਕੀਤੀ ਹੈ, ਜਿਸ ਦੇ ਨਾਲ ਦੇਸ਼ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ਼ ਹੋ ਜਾਵੇਗੀ ਅਤੇ ਯੂਕੇ ਦੇ ਵਿੱਚ ਸ਼ਰਨ ਲੈਣ ਦੀਆਂ ਉਹਨਾਂ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤੇ ਗਏ ਡਰਾਫਟ ਕਾਨੂੰਨ ਦੇ ਵਿੱਚ ਭਾਰਤ ਅਤੇ ਜਾਰਜੀਆ ਨੂੰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਦੇਸ਼ਾਂ ਵਜੋਂ ਸ਼ਾਮਲ ਕੀਤਾ ਗਿਆ। ਬ੍ਰਿਟੇਨ ਦੇ ਗ੍ਰਹਿ ਦਫ਼ਤਰ ਨੇ ਕਿਹਾ ਹੈ ਕਿ ਇਸ ਕਦਮ ਦਾ ਉਦੇਸ਼ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਬੇਬੁਨਿਆਦ ਸੁਰੱਖਿਆ ਦਾਅਵਿਆਂ ਕਰਕੇ ਸਿਸਟਮ ਦੀ ਦੁਰਵਰਤੋਂ ਕਰਨ ਤੋਂ ਰੋਕਣਾ ਹੈ। ਦੇਸ਼ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦਾ ਕਹਿਣਾ ਹੈ ਕਿ ਸਾਨੂੰ ਸੁਰੱਖਿਅਤ ਦੇਸ਼ਾਂ ਦੇ ਲੋਕਾਂ ਨੂੰ ਬ੍ਰਿਟੇਨ ਦੀ ਖਤਰਨਾਕ ਅਤੇ ਗੈਰ ਕਾਨੂੰਨੀ ਯਾਤਰਾ ਕਰਨ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਆਖਿਆ ਹੈ ਕਿ ਇਸ ਸੂਚੀ ਦਾ ਵਿਸਥਾਰ ਕਰਨ ਦੇ ਨਾਲ ਸਾਨੂੰ ਉਨ੍ਹਾਂ ਲੋਕਾਂ ਨੂੰ ਜਲਦੀ ਹਟਾਉਣ ਦੇ ਵਿੱਚ ਮਦਦ ਮਿਲੇਗੀ ਜਿਨ੍ਹਾਂ ਨੂੰ ਇੱਥੇ ਰਹਿਣ ਦਾ ਅਧਿਕਾਰ ਨਹੀਂ ਹੈ। ਗ੍ਰਹਿ ਦਫ਼ਤਰ ਨੇ ਕਿਹਾ ਹੈ ਕਿ ਪਿਛਲੇ ਸਾਲਾਂ ਦੌਰਾਨ ਭਾਰਤੀ ਅਤੇ ਜਾਰਜੀਅਨ ਕਿਸ਼ਤੀ ਦੀ ਆਮਦ ਵਧੀ ਹੈ, ਜਦੋਂ ਕਿ ਇਨ੍ਹਾਂ ਦੇਸ਼ਾਂ ਦੇ ਵਿਅਕਤੀਆਂ ਨੂੰ ਅਤਿਆਚਾਰ ਦਾ ਕੋਈ ਸਪਸ਼ਟ ਖਤਰਾ ਨਹੀਂ ਸੀ। ਇਨ੍ਹਾਂ ਦੇਸ਼ਾਂ ਨੂੰ ਸੁਰੱਖਿਅਤ ਮੰਨਣ ਦਾ ਮਤਲਬ ਇਹ ਹੋਵੇਗਾ ਕਿ ਜੇਕਰ ਕੋਈ ਇਨ੍ਹਾਂ ਦੇਸ਼ਾਂ ਵਿੱਚੋਂ ਗੈਰ ਕਾਨੂੰਨੀ ਢੰਗ ਦੇ ਨਾਲ ਆਉਂਦਾ ਹੈ ਤਾਂ ਅਸੀਂ ਬ੍ਰਿਟਿਸ਼ ਸ਼ਰਨ ਪ੍ਰਣਾਲੀ ਦੇ ਵਿੱਚ ਉਹਨਾਂ ਦੇ ਦਾਅਵਿਆਂ ਨੂੰ ਸਵੀਕਾਰ ਨਹੀਂ ਕਰਾਂਗੇ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ 2+2 ਗੱਲਬਾਤ ਦੌਰਾਨ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ਵਿੱਚ ਰਣਨੀਤਿਕ ਅਤੇ ਰੱਖਿਆ ਸਹਿਯੋਗ ਵਧਿਆ ਹੈ। ਉਨ੍ਹਾਂ ਆਖਿਆ ਹੈ ਕਿ ਰੱਖਿਆ ਸਹਿਯੋਗ ਸਾਡੇ ਦੁਵੱਲੇ ਸਬੰਧਾਂ ਦੇ ਸਭ ਤੋਂ ਮਹੱਤਵਪੂਰਨ ਥੰਮਾਂ ਵਿੱਚੋਂ ਇੱਕ ਹੈ। ਇਸ ਦੌਰਾਨ ਅਮਰੀਕਾ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਹੈ ਕਿ ਸਾਡੀ ਮੁਲਾਕਾਤ ਬਹੁਤ ਮਹੱਤਵਪੂਰਨ ਸਮੇਂ ਉੱਤੇ ਹੋ ਰਹੀ ਹੈ। It is a great pleasure to receive you both in India. I fondly recall our last, both of you and your delegation of India. The India-US bilateral relationship has seen a growing convergence of strategic interests and enhanced defense, security and intelligence cooperation. Defense remains one of the most important pillars of our bilateral relationship. Your visit to India is at a time when India and US are closer than ever before. In spite of various emerging geopolitical challenges, we need to keep our focus on the important and long-term issues. Our partnership is critical for ensuring a free, open and rules-bound Indo-Pacific region. We look forward to closely working with the US across the domains of defense for capability building and for an abiding partnership which can address emerging challenges. I look forward to an engaging and
ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਅਪਮਾਨਜਨਕ ਜਨਮ ਨਿਯੰਤਰਣ ਟਿੱਪਣੀ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ। ਭਾਜਪਾ ਦੀਆਂ ਇਸਤਰੀ ਆਗੂਆਂ ਵੱਲੋਂ ਸ਼ਿਮਲਾ ਵਿੱਚ ਨੀਤੀਸ਼ ਕੁਮਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। उसकी अजिही शब्दावली ਨੂੰ अपमानजनक दस्या गया तो नीतीश कुमार के इस्तीफे की मांग भी की गई है। और आप सबको विदित है कि विषय क्या है। विषय है कि एक प्रदेश जो है बिहार, वहाँ के मुख्यमंत्री ने संविधान के मंदिर में, लोकतंत्र के मंदिर में, विधानसभा और विधान परिषद में जिस प्रकार की भाषा का उपयोग किया है, वो महिलाओं के लिए जिस प्रकार का उन्होंने निर्लज्जता से जिस भाषा का प्रयोग किया है, उसकी हम भर्त्सना करते हैं, उसकी हम निंदा करते हैं। और हमारा ये कहना है कि ऐसे व्यक्तियों को इतनी इम्पोर्टेंट पोस्ट पर बैठने का कोई हक नहीं है, ऐसी प्रतिष्ठित स्थानों पर बैठने का कोई हक नहीं है जहां पर उन्होंने वेलफेयर एक्टिविटीज़ करनी है। यदि सोच महिलाओं के बारे में ऐसी होगी तो वो क्या महिलाओं के सम्मान में काम करेंगे। विषय क्या था? विषय था पॉपुलेशन कंट्रोल के बारे में, जनसंख्या नियंत्रण के बारे में बात हो रही थी। इतना गंभीर विषय था, गंभीरता को ना समझते हुए उन्होंने पूरी हंस के बत्तीसी दिखाते हुए जिस प्रकार की भाषा का प्रयोग किया है, वो भाषा न हमने कभी सुनी है और हमें आज भी यकीन नहीं होता कि कोई पुरुष इस प्रकार की भाषा महिलाओं के लिए प्रयोग में ला सकता है। बहुत ही दुख की बात है और हम सब क्रोधित हैं, महिलाएं ही नहीं, पूरा समाज क्रोधित है, पूरा भारतवर्ष क्रोधित है। इस प्रकार के जो नेता हैं, उन लोगों को किसी भी जगह का प्रतिनिधित्व करने का कोई हक नहीं है। और हमारा ये कहना है, हमारी ये पुरजोर डिमांड है कि नीतीश कुमार जी, आप अपना इस्तीफा दीजिए। आपकी क्षमा हमें कबूल नहीं है। क्षमा से क्या होने वाला है? क्या आपने बोला है और क्षमा भी आप कैसे कह रहे हैं? आप अगर किसी को मेरी बातों से दुख हुआ है, अगर का क्या मतलब है? आपने देखा नहीं आपकी क्या लैंग्वेज है? लैंग्वेज आप जो यूज़ कर रहे हैं, जो भाषा का आपने प्रयोग किया है, वो आपने एक बार नहीं, पहले आपने विधान सभा में, फिर उसके बाद आपने विधान परिषद में, और पूरे मज़े लेके जिस प्रकार से उन्होंने हंस के ये बातें कही हैं, यकीन नहीं होता कि कोई पढ़ा लिखा व्यक्ति इस प्रकार की बातें कर सकता है और महिलाओं की इतनी बेइज्जती कर सकता है। हमारी ये कहना है कि इस प्रकार के व्यक्तियों को इतनी संवेदनशील पोस्टों में रहने का कोई हक नहीं है। इसलिए नीतीश कुमार जी, आप अपना इस्तीफा दीजिए, हमें केवल वही मंजूर होगा, आपकी क्षमा हमें बिल्कुल भी मंजूर नहीं है। काम मोदी सरकार ने किया है, ये अलायंस सोचती है कि वो बहुत अच्छा काम करें, झंडा ले लेके वो दर दर घूम रहे हैं, लेकिन उनमें से किसी एक नेता ने, किसी एक नेत्री ने एक शब्द नहीं कहा नीतीश कुमार के इस बयान पर, एक आवाज नहीं सुनने को मिली। अरे राजनीति क्या सर्वोपरि है? क्या समाज के कोई कार्य और किसी का इस तरह का कृत्य जो है वो आपको नजर में नहीं है? पंजाब सरकार द्वारा सुप्रीम कोर्ट अंदर दिते जा रहे बयान पंजाब ਅਤੇ किसानी ਲਈ घातक सिद्ध हो सकते हैं। ਇਹ कहना है सुनील जाखड़ ਦਾ। उन्होंने कहा है कि पंजाब सरकार बदलाव के उल्ट चल रही है। ਤੁਹਾਨੂੰ ਦੱਸ ਦਈਏ कि इस मौके उन्होंने MSP समेत पंजाब के पानियों के मुद्दे ਨੂੰ ਲੈ ਕੇ अपना पक्ष रखा। सरकार का एक प्रोसैस होता चलन का, एडमिनिस्ट्रेशन का, बट आ सरकार बिना ही जब कहते सारा बदलाव लैके आवांगे, सारी रिवायत सारियां तोड़तियां ने। नॉर्मली पॉलिसी डिसीजन चीफ मिनिस्टर लेंदे, पर हो की रहा, मैं चाहे पहला SYL का मुद्दा आया, उदों एक पॉलिसी डिसीजन स्टेट गवर्नमेंट का AG साहब ने सुप्रीम कोर्ट से किया भी असी गलबात दे राही हरियाणा नाल गलबात करके इस मसले को दूजे सूबे नाल गलबात करके पानी के मसले का हल करांगे। उसके बाद हुण 2 दिन पहला पराली साड़ नूं लैके जिहड़ा हवा के अंदर प्रदूषण है दिल्ली के अंदर, जो इस गल का कई सालों तो रौला पै रहा है, उन्होंने लैके एक बहुत बड़ा पॉलिसी डिसीजन जिहड़ा स्टेट गवर्नमेंट का, जिहड़ी लोकां नूं आस है भी सरकार की एग्रीकल्चर पॉलिसी बन के तैयार होगी, क्योंकि साडा खेती प्रधान सूबा है, साडे कोल साडा सरमाया खेती है। उस पॉलिसी का अनाउंस AG साहब उत्थे कर रहे हैं। वो कह रहे हैं कि असी झोने की बदल बाजरा लैके आवांगे जे सरकार सानू MSP अनाउंस कर दे। मैं मानयोग मुख्यमंत्री भगवंत मान जी को पूछना चाहना कि थोड़ी एग्रीकल्चर पॉलिसी तैयार होगी, कि थोड़ा सारा एम्फेसिस इसे गलते है भी मिलेट से जेडे ज्वार बाजरा है इनू करोगे। सो फिलहाल ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ।